ਪਾਣੀ ਦੇਖੋ ਸਾਡੇ ਸਾਰਿਆਂ ਲਈ ਕਿੰਨਾ ਜ਼ਰੂਰੀ ਹੈ, ਪੌਦੇ, ਜਾਨਵਰ, ਆਪਾਂ ਸਾਰੇ। ਤੇ ਕੁਦਰਤ ਸਾਨੂੰ ਇਹ ਮੀਂਹ ਦੇ ਰੂਪ ਵਿੱਚ ਦਿੰਦੀ ਹੈ। ਹਾਂਜੀ, ਬਿਲਕੁਲ ਮੁਫਤ ਦਾ ਤੋਹਫਾ। ਆਮ ਤੌਰ ਤੇ ਆਪਾਂ ਪਾਣੀ ਦੇ ਚੱਕਰ ਬਾਰੇ ਤਾਂ ਸੁਣਦੇ ਆ, ਭਈ ਪਾਣੀ ਭਾਫ ਬਣਿਆ, ਉੱਪਰ ਗਿਆ, ਬੱਦਲ ਬਣੇ, ਮੀਂਹ ਪਿਆ। ਪਰ ਅੱਜ ਨਾ ਆਪਾਂ ਥੋੜਾ ਜਿਹਾ ਹੋਰ ਡੂੰਘਾ ਜਾਣਾ ਹੈ। ਇਹ ਸਮਝਣਾ ਹੈ ਕਿ ਉਹ ਮੀਂਹ ਦੀ ਬੂੰਦ ਬਣਦੀ ਕਿਵੇਂ ਹੈ ਅਸਲ ਵਿੱਚ। ਇਹ ਸਿਰਫ ਪਾਣੀ ਦਾ ਉੱਪਰ ਥੱਲੇ ਆਉਣਾ ਹੀ ਨਹੀਂ ਹੈ। ਹਾਂ, ਇਹ ਗੱਲ ਬਹੁਤ ਦਿਲਚਸਪ ਹੈ। ਸਾਡੇ ਕੋਲ ਕੁਝ ਜਾਣਕਾਰੀ ਹੈ ਇਸ ਬਾਰੇ, ਤੇ ਆਪਣਾ ਮਕਸਦ ਹੈ ਇਸ ਪੂਰੀ, ਕਈ ਵਾਰ ਹੈਰਾਨ ਕਰਨ ਵਾਲੀ ਪ੍ਰਕਿਰਿਆ ਨੂੰ ਸਮਝਣਾ। ਚਲੋ ਫਿਰ ਸ਼ੁਰੂ ਕਰਦੇ ਹਾਂ। ਵਾਟਰ ਸਾਈਕਲ ਮਤਲਬ ਪਾਣੀ ਦਾ ਚੱਕਰ, ਉਹਦੀ ਸ਼ੁਰੂਆਤ ਤਾਂ ਸਧਾਰਨ ਜੀ ਲੱਗਦੀ ਹੈ। ਹਾਂਜੀ, ਸੂਰਜ ਦੀ ਗਰਮੀ ਪੈਂਦੀ ਹੈ, ਧਰਤੀ ਤੇ ਜਿਹੜਾ ਪਾਣੀ ਹੈ, ਝੀਲਾਂ 'ਚ, ਸਮੁੰਦਰਾਂ 'ਚ, ਉਹ ਗਰਮ ਹੁੰਦਾ ਹੈ ਤੇ ਭਾਫ ਬਣ ਜਾਂਦਾ ਹੈ। ਹਾਂ, ਭਾਫ, ਵਾਟਰ ਵੇਪਰ। ਇਹ ਉੱਪਰ ਹਵਾ ਚੁੱਟਦਾ ਹੈ। ਇਸ ਨੂੰ ਆਪਾਂ ਵਾਸ਼ਪੀਕਰਨ ਯਾਨੀ ਇਵੈਪੋਰੇਸ਼ਨ ਕਹਿੰਦੇ ਆ। ਤੇ ਇਹ ਭਾਫ ਆਪਾਂ ਨੂੰ ਦਿਸਦੀ ਨਹੀਂ, ਇੱਕ ਗੈਸ ਹੁੰਦੀ ਹੈ। ਠੀਕ ਹੈ। ਤੇ ਜਦੋਂ ਇਹ ਭਾਫ ਉੱਪਰ ਜਾਂਦੀ ਹੈ ਤਾਂ ਫਿਰ ਉੱਥੇ ਠੰਡ ਹੁੰਦੀ ਹੈ। ਹਾਂ, ਉਚਾਈ ਤੇ ਤਾਪਮਾਨ ਘਟ ਹੁੰਦਾ ਹੈ। ਤੇ ਉਹ ਭਾਫ ਫਿਰ ਤੋਂ ਪਾਣੀ ਬਣ ਜਾਂਦੀ ਹੈ, ਨਿੱਕੀਆਂ-ਨਿੱਕੀਆਂ ਬੂੰਦਾਂ। ਬਿਲਕੁਲ, ਠੰਡੀ ਹੋ ਕੇ ਉਹ ਵਾਪਸ ਪਾਣੀ ਦੀਆਂ ਬਹੁਤ ਹੀ ਬਰੀਕ ਨਿੱਕੀ-ਨਿੱਕੀਆਂ ਬੂੰਦਾਂ ਵਿੱਚ ਬਦਲ ਜਾਂਦੀ ਹੈ। ਇਹਨੂੰ ਕਹਿੰਦੇ ਨੇ ਸੰਘਣਾਪਣ ਜਾਂ ਕੰਡੈਂਸੇਸ਼ਨ। ਤੇ ਜਿਹੜੇ ਬੱਦਲ ਆਪਾਂ ਦੇਖਦੇ ਹਾਂ, ਉਹ ਇਹੀ ਨਿੱਕੀਆਂ-ਨਿੱਕੀਆਂ ਬੂੰਦਾਂ ਦਾ ਇਕੱਠ ਹੁੰਦੇ ਨੇ, ਹੈ ਨਾ? ਹਾਂ, ਪਰ ਇੱਥੇ ਇੱਕ ਬਹੁਤ ਕਮਾਲ ਦੀ ਗੱਲ ਹੈ। ਅੱਛਾ, ਕੀ? ਸਿਰਫ ਠੰਡਾ ਹੋਣਾ ਹੀ ਕਾਫੀ ਨਹੀਂ ਹੁੰਦਾ ਭਾਫ ਲਈ ਕਿ ਉਹ ਬੂੰਦ ਬਣ ਜਾਵੇ। ਅੱਛਾ, ਮੈਂ ਤਾਂ ਸੋਚਦੀ ਸੀ ਬਸ ਠੰਡਾ ਹੋਇਆ ਤੇ ਬੂੰਦ ਬਣ ਗਈ। ਨਹੀਂ, ਦੇਖੋ, ਪਾਣੀ ਦੇ ਜਿਹੜੇ ਅਣੂ ਨੇ, ਮੋਲੀਕਿਊਲਸ, ਉਹਨਾਂ ਨੂੰ ਆਪਸ 'ਚ ਜੁੜ ਕੇ ਬੂੰਦ ਬਣਾਉਣ ਲਈ ਨਾ ਇੱਕ ਰੁਕਾਵਟ ਪਾਰ ਕਰਨੀ ਪੈਂਦੀ ਹੈ, ਜਿਸ ਨੂੰ ਸਤ੍ਹਾ ਤਣਾ ਜਾਂ ਸਰਫੇਸ ਟੈਂਸ਼ਨ ਕਹਿੰਦੇ ਨੇ। ਉਹਨਾਂ ਨੂੰ ਜੁੜਨ ਲਈ ਕੋਈ ਠੋਸ ਜਗ੍ਹਾ ਚਾਹੀਦੀ ਹੈ। ਠੋਸ ਜਗ੍ਹਾ? ਹਵਾ ਵਿੱਚ? ਉਹ ਕਿਵੇਂ? ਹਾਂ, ਇਹੀ ਤਾਂ ਮਜ਼ੇਦਾਰ ਗੱਲ ਹੈ। ਹਵਾ ਵਿੱਚ ਨਾ ਬਹੁਤ ਹੀ ਬਾਰੀਕ ਨਿੱਕੇ-ਨਿੱਕੇ ਕਣ ਹੁੰਦੇ ਨੇ। ਉਹਨਾਂ ਨੂੰ ਕਹਿੰਦੇ ਨੇ ਕਲਾਊਡ ਕੰਡੈਂਸੇਸ਼ਨ ਨਿਊਕਲੀਆਈ ਜਾਂ CCN। CCN? ਹਾਂ, ਇਹ ਕੁਝ ਵੀ ਹੋ ਸਕਦੇ ਨੇ, ਜਿਵੇਂ ਧੂੜ ਦੇ ਕਣ, ਸਮੁੰਦਰ ਦੇ ਪਾਣੀ ਤੋਂ ਉੱਡੇ ਹੋਏ ਨਮਕ ਦੇ ਬਹੁਤ ਬਰੀਕ ਕਣ, ਧੂਏ ਦੀ ਕਾਲਖ, ਫੁੱਲਾਂ ਦੇ ਪਰਾਗ ਯਾਨੀ ਪੋਲਨ। ਅੱਛਾ। ਇੱਥੋਂ ਤੱਕ ਕਿ ਕੁਝ ਖਾਸ ਕਿਸਮ ਦੇ ਬੈਕਟੀਰੀਆ ਵੀ, ਜਿਵੇਂ ਇੱਕ ਹੁੰਦਾ ਹੈ ਸਿਊਡੋਮੋਨਸ ਸਿਰਿੰਜੇ, ਇਹ ਸਾਰੇ CCN ਦਾ ਕੰਮ ਕਰਦੇ ਨੇ। ਬੈਕਟੀਰੀਆ ਵੀ? ਹਾਂਜੀ, ਹੁੰਦਾ ਕੀ ਹੈ ਕਿ ਪਾਣੀ ਦੀ ਭਾਫ ਇਹਨਾਂ ਨਿੱਕੇ ਜਿਹੇ ਕਣਾਂ ਦੇ ਆਲੇ-ਦੁਆਲੇ ਆਸਾਨੀ ਨਾਲ ਜਮ੍ਹਾਂ ਹੋ ਜਾਂਦੀ ਹੈ ਤੇ ਇੱਕ ਨਿੱਕੀ ਜਿਹੀ ਬੂੰਦ ਬਣਾ ਲੈਂਦੀ ਹੈ। ਉਹ ਬੈਕਟੀਰੀਆ ਤਾਂ ਖਾਸ ਤੌਰ ਤੇ ਮਦਦ ਕਰਦੇ ਨੇ ਬਰਫ਼ ਦੇ ਕ੍ਰਿਸਟਲ ਬਣਾਉਣ ਵਿੱਚ, ਥੋੜੇ ਵੱਧ ਤਾਪਮਾਨ ਤੇ ਵੀ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜੇ ਹਵਾ ਬਿਲਕੁਲ ਸਾਫ਼ ਹੋਵੇ, ਕੋਈ ਧੂੜ, ਮਿੱਟੀ, ਨਮਕ ਕੁਝ ਨਾ ਹੋਵੇ, ਤਾਂ ਬੱਦਲ ਬਣਨਾ ਤੇ ਮੀਂਹ ਪੈਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ। ਵਾਹ, ਯਾਨੀ ਮੀਂਹ ਪੈਣ ਲਈ ਇਹ ਅਸ਼ੁੱਧੀਆਂ ਇੱਕ ਤਰ੍ਹਾਂ ਨਾਲ ਜ਼ਰੂਰੀ ਨੇ। ਬਿਲਕੁਲ ਸਹੀ। ਇਹਨਾਂ CCN ਤੋਂ ਬਿਨਾਂ ਮੀਂਹ ਨਹੀਂ ਪੈ ਸਕਦਾ। ਠੀਕ ਹੈ, ਹੁਣ ਬੱਦਲ ਬਣ ਗਿਆ, ਨਿੱਕੀਆਂ ਬੂੰਦਾਂ ਵੀ ਬਣ ਗਈਆਂ ਇਹਨਾਂ ਕਣਾਂ ਦੇ ਆਸਰੇ। ਅੱਗੇ ਕੀ ਹੁੰਦਾ ਹੈ? ਫਿਰ ਬੱਦਲ ਦੇ ਅੰਦਰ ਇਹ ਜਿਹੜੀਆਂ ਲੱਖਾਂ ਕਰੋੜਾਂ ਨਿੱਕੀਆਂ ਬੂੰਦਾਂ ਹੁੰਦੀਆਂ ਨੇ, ਉਹ ਹਵਾ ਦੇ ਨਾਲ ਘੁੰਮਦੀਆਂ ਰਹਿੰਦੀਆਂ ਨੇ ਤੇ ਇੱਕ ਦੂਜੇ ਨਾਲ ਟਕਰਾਉਂਦੀਆਂ ਨੇ। ਟਕਰਾ ਕੇ ਜੁੜ ਜਾਂਦੀਆਂ ਨੇ? ਹਾਂਜੀ, ਟਕਰਾਉਂਦੀਆਂ ਨੇ, ਜੁੜਦੀਆਂ ਨੇ ਤੇ ਹੌਲੀ-ਹੌਲੀ ਵੱਡੀਆਂ ਹੁੰਦੀਆਂ ਜਾਂਦੀਆਂ ਨੇ। ਇੱਕ ਆਮ ਜੀ ਮੀਂਹ ਦੀ ਬੂੰਦ ਜਿਹੜੀ ਆਪਣੇ ਤੇ ਡਿੱਗਦੀ ਹੈ ਨਾ, ਹਾਂਜੀ, ਉਹ ਹੋ ਸਕਦਾ ਹੈ ਕਿ ਲਗਭਗ 10 ਲੱਖ ਯਾਨੀ 1 ਮਿਲੀਅਨ ਉਹਨਾਂ ਸ਼ੁਰੂਆਤੀ ਨਿੱਕੀਆਂ ਬੂੰਦਾਂ ਤੋਂ ਮਿਲ ਕੇ ਬਣੀ ਹੋਵੇ। 10 ਲੱਖ? ਕਮਾਲ ਹੈ, ਇੰਨੀਆਂ ਸਾਰੀਆਂ ਜੁੜ ਕੇ ਇੱਕ ਬੂੰਦ ਬਣਦੀ ਹੈ। ਹਾਂ, ਤੇ ਫਿਰ ਜਦੋਂ ਇਹ ਜੁੜ ਕੇ ਕਾਫੀ ਵੱਡੀਆਂ ਤੇ ਭਾਰੀਆਂ ਹੋ ਜਾਂਦੀਆਂ ਨੇ, ਤਾਂ ਹਵਾ ਉਹਨਾਂ ਨੂੰ ਚੁੱਕ ਨਹੀਂ ਸਕਦੀ। ਬਿਲਕੁਲ, ਉਹ ਇੰਨੀਆਂ ਭਾਰੀਆਂ ਹੋ ਜਾਂਦੀਆਂ ਨੇ ਕਿ ਹਵਾ ਦਾ ਉੱਪਰ ਵੱਲ ਦਾ ਜ਼ੋਰ ਉਹਨਾਂ ਨੂੰ ਰੋਕ ਨਹੀਂ ਪਾਉਂਦਾ ਤੇ ਗੁਰਤਵਾ ਖਿੱਚ ਯਾਨੀ ਗ੍ਰੈਵਿਟੀ ਉਹਨਾਂ ਨੂੰ ਥੱਲੇ ਖਿੱਚ ਲੈਂਦੀ ਹੈ। ਤੇ ਬਸ ਉਹ ਮੀਂਹ ਬਣ ਕੇ ਡਿੱਗ ਪੈਂਦੀਆਂ ਨੇ। ਇਸੇ ਨੂੰ ਆਪਾਂ ਮੀਂਹ ਕਹਿੰਦੇ ਆ। ਅੱਛਾ, ਇੱਕ ਗੱਲ ਹੋਰ, ਆਪਾਂ ਅਕਸਰ ਦੇਖਦੇ ਹਾਂ, ਖਾਸ ਕਰਕੇ ਤਸਵੀਰਾਂ ਵਿੱਚ ਜਾਂ ਕਾਰਟੂਨਾਂ ਵਿੱਚ, ਕਿ ਮੀਂਹ ਦੀ ਬੂੰਦ ਨਾ ਇੱਕ ਅਥਰੂ ਵਾਂਗ ਬਣਾਈ ਹੁੰਦੀ ਹੈ, ਉੱਪਰੋਂ ਗੋਲ, ਥੱਲੇ ਤਿੱਖੀ ਜਿਹੀ। ਹਾਂ, ਉਹ ਬਹੁਤ ਆਮ ਹੈ, ਪਰ ਉਹ ਸਹੀ ਨਹੀਂ ਹੈ। ਸੱਚੀ? ਤਾਂ ਫਿਰ ਅਸਲ ਸ਼ਕਲ ਕਿਹੋ ਜਿਹੀ ਹੁੰਦੀ ਹੈ? ਦੇਖੋ, ਜਿਹੜੀਆਂ ਬਹੁਤ ਹੀ ਛੋਟੀਆਂ ਬੂੰਦਾਂ ਹੁੰਦੀਆਂ ਨੇ, ਮਤਲਬ 1 ਮਿਲੀਮੀਟਰ ਤੋਂ ਵੀ ਛੋਟੀਆਂ, ਉਹ ਤਾਂ ਲਗਭਗ ਪੂਰੀਆਂ ਗੋਲ ਹੁੰਦੀਆਂ ਨੇ, ਸਰਫੇਸ ਟੈਂਸ਼ਨ ਕਰਕੇ। ਪਰ ਜਿਵੇਂ-ਜਿਵੇਂ ਉਹ ਵੱਡੀਆਂ ਹੁੰਦੀਆਂ ਨੇ ਤੇ ਤੇਜ਼ੀ ਨਾਲ ਥੱਲੇ ਡਿੱਗਦੀਆਂ ਨੇ, ਤਾਂ ਹਵਾ ਦਾ ਜਿਹੜਾ ਦਬਾਅ ਹੁੰਦਾ ਹੈ ਨਾ, ਉਹ ਉਹਨਾਂ ਦੇ ਥੱਲੇ ਵਾਲੇ ਹਿੱਸੇ ਨੂੰ ਚਪਟਾ ਮਤਲਬ ਫਲੈਟਨਡ ਕਰ ਦਿੰਦਾ ਹੈ। ਅੱਛਾ। ਇਸ ਲਈ ਜਿਹੜੀਆਂ ਥੋੜੀਆਂ ਵੱਡੀਆਂ ਬੂੰਦਾਂ ਹੁੰਦੀਆਂ ਨੇ 2-3 ਮਿਲੀਮੀਟਰ ਦੀਆਂ, ਉਹਨਾਂ ਦੀ ਸ਼ਕਲ ਗੋਲ ਨਹੀਂ ਹੁੰਦੀ। ਉਹ ਐਵੇਂ ਲੱਗਦੀ ਹੈ ਜਿਵੇਂ ਇੱਕ ਹੈਮਬਰਗਰ ਬਨ ਹੋਵੇ, ਉੱਪਰੋਂ ਗੋਲ, ਥੱਲਿਓਂ ਚਪਟਾ ਜਿਹਾ। ਹੈਮਬਰਗਰ ਬਨ, ਇਹ ਤਾਂ ਬਿਲਕੁਲ ਨਵੀਂ ਗੱਲ ਪਤਾ ਲੱਗੀ। ਮਤਲਬ ਅਥਰੂ ਵਰਗੀ ਨਹੀਂ ਹੁੰਦੀ। ਨਹੀਂ, ਤੇ ਜੇ ਬੂੰਦ ਹੋਰ ਵੀ ਵੱਡੀ ਹੋ ਜਾਵੇ, ਮਤਲਬ 5-6 ਮਿਲੀਮੀਟਰ ਦੀ, ਤਾਂ ਹਵਾ ਦਾ ਦਬਾਅ ਇੰਨਾ ਵੱਧ ਜਾਂਦਾ ਹੈ ਕਿ ਉਹ ਟੁੱਟ ਜਾਂਦੀ ਹੈ
ਛੋਟੀਆਂ ਬੂੰਦਾਂ ਵਿੱਚ ਵੰਡੀ ਜਾਂਦੀ ਹੈ। ਠੀਕ ਹੈ, ਤਾਂ ਬੂੰਦ ਦੀ ਕਹਾਣੀ ਤਾਂ ਸਮਝ ਆ ਗਈ, ਪਰ ਪੂਰੇ ਇਲਾਕੇ 'ਚ ਮੀਂਹ ਪੈਣ ਲਈ ਵੱਡੇ ਪੱਧਰ ਤੇ ਹਵਾ ਠੰਡੀ ਕਿਵੇਂ ਹੁੰਦੀ ਹੈ? ਮਤਲਬ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿ ਮੀਂਹ ਪਵੇ? ਹਾਂ, ਹਵਾ ਦੇ ਠੰਡੇ ਹੋਣ ਦੇ ਮੁੱਖ ਤੌਰ ਤੇ 3 ਤਰੀਕੇ ਨੇ ਜਿਨ੍ਹਾਂ ਨਾਲ ਮੀਂਹ ਪੈਂਦਾ ਹੈ। ਅੱਛਾ, ਪਹਿਲਾ ਹੈਗਾ ਸੰਵਹਨੀ ਮੀਂਹ ਯਾਨੀ ਕਨਵੈਨਸ਼ਨਲ ਰੇਨ। ਉਹ ਕਿਵੇਂ ਹੁੰਦਾ ਹੈ? ਜਦੋਂ ਸੂਰਜ ਦੀ ਤੇਜ਼ ਗਰਮੀ ਨਾਲ ਜ਼ਮੀਨ ਬਹੁਤ ਗਰਮ ਹੋ ਜਾਂਦੀ ਹੈ ਹਾਂਜੀ। ਤਾਂ ਉਹਦੇ ਉੱਪਰ ਦੀ ਹਵਾ ਵੀ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਤੇ ਹਾਂਜੀ। ਤੇਜ਼ੀ ਨਾਲ ਉੱਪਰ ਉੱਠਦੀ ਹੈ। ਹਾਂਜੀ। ਉੱਪਰ ਜਾ ਕੇ ਉਹ ਫੈਲਦੀ ਹੈ, ਠੰਡੀ ਹੁੰਦੀ ਹੈ, ਸੰਘਣਾਪਨ ਹੁੰਦਾ ਹੈ, ਬੱਦਲ ਬਣਦੇ ਨੇ ਤੇ ਹਾਂਜੀ। ਅਕਸਰ ਇੱਕਦਮ ਤੇਜ਼ ਮੀਂਹ ਪੈਂਦਾ ਹੈ। ਹਾਂ ਕਈ ਵਾਰ ਨਾਲ ਗਰਜ ਤੂਫਾਨ ਵੀ ਹੁੰਦਾ ਹੈ। ਹਾਂ, ਜਿਵੇਂ ਗਰਮੀਆਂ 'ਚ ਦੁਪਹਿਰ ਤੋਂ ਬਾਅਦ ਅਚਾਨਕ ਤੇਜ਼ ਬਾਰਿਸ਼ ਹੋ ਜਾਂਦੀ ਹੈ ਕਈ ਵਾਰ, ਸ਼ਾਇਦ ਉਹ ਇਹੀ ਹੁੰਦਾ ਹੋਵੇਗਾ। ਬਿਲਕੁਲ ਬਿਲਕੁਲ, ਉਹ ਆਮ ਤੌਰ ਤੇ ਸੰਵਹਨੀ ਮੀਂਹ ਹੁੰਦਾ ਹੈ। ਠੀਕ ਹੈ, ਤੇ ਦੂਜਾ ਤਰੀਕਾ? ਦੂਜਾ ਤਰੀਕਾ ਹੈ ਔਰੋਗ੍ਰਾਫਿਕ ਮੀਂਹ, ਜਿਸ ਨੂੰ ਰਾਹਤ ਮੀਂਹ ਵੀ ਕਹਿ ਦਿੰਦੇ ਨੇ। ਔਰੋਗ੍ਰਾਫਿਕ ਜਾਂ ਰਿਲੀਫ ਰੇਨ। ਇਹ ਪਹਾੜਾਂ ਨਾਲ ਸੰਬੰਧਿਤ ਲੱਗਦਾ ਹੈ? ਹਾਂਜੀ, ਹਾਂ। ਜਦੋਂ ਨਮੀ ਵਾਲੀ ਹਵਾ ਚੱਲ ਰਹੀ ਹੋਵੇ ਤੇ ਉਹਦੇ ਰਸਤੇ 'ਚ ਕੋਈ ਪਹਾੜ ਆ ਜਾਵੇ ਤਾਂ ਹਵਾ ਨੂੰ ਮਜਬੂਰ ਹੋ ਕੇ ਪਹਾੜ ਦੇ ਉੱਪਰ ਚੜ੍ਹਨਾ ਪੈਂਦਾ ਹੈ। ਜਿਵੇਂ ਹੀ ਉੱਪਰ ਉੱਠਦੀ ਹੈ, ਠੰਡੀ ਹੋ ਜਾਂਦੀ ਹੈ, ਫਿਰ ਉਹੀ ਸੰਘਣਾਪਨ ਬਦਲ ਤੇ ਮੀਂਹ। ਅੱਛਾ, ਤਾਂ ਹੀ ਪਹਾੜਾਂ ਦੇ ਇੱਕ ਪਾਸੇ ਜ਼ਿਆਦਾ ਮੀਂਹ ਪੈਂਦਾ ਹੈ। ਹਾਂ, ਜਿਸ ਪਾਸਿਓਂ ਹਵਾ ਆ ਰਹੀ ਹੁੰਦੀ ਹੈ ਉੱਥੇ ਖੂਬ ਮੀਂਹ ਪੈਂਦਾ ਹੈ ਤੇ ਪਹਾੜ ਦੇ ਦੂਜੇ ਪਾਸੇ ਲੀਵਰਡ ਸਾਈਡ, ਜਿਸ ਨੂੰ ਰੇਨ ਸ਼ੈਡੋ ਵੀ ਕਹਿੰਦੇ ਨੇ, ਉੱਥੇ ਹਵਾ ਥੱਲੇ ਉਤਰਦੀ ਹੈ, ਗਰਮ ਹੋ ਜਾਂਦੀ ਹੈ ਤੇ ਮੀਂਹ ਬਹੁਤ ਘੱਟ ਪੈਂਦਾ ਹੈ ਜਾਂ ਬਿਲਕੁਲ ਨਹੀਂ। ਸਮਝ ਗਈ। ਤੇ ਤੀਜਾ ਤਰੀਕਾ ਕਿਹੜਾ ਹੈ? ਤੀਜਾ ਹੈ ਫਰੰਟਲ ਮੀਂਹ, ਫਰੰਟਲ ਰੇਨ। ਇਹ ਉਦੋਂ ਹੁੰਦਾ ਹੈ ਜਦੋਂ ਇੱਕ ਗਰਮ ਹਵਾ ਦਾ ਵੱਡਾ ਖੇਤਰ ਤੇ ਇੱਕ ਠੰਡੀ ਹਵਾ ਦਾ ਵੱਡਾ ਖੇਤਰ ਆਪਸ ਵਿੱਚ ਟਕਰਾਉਂਦੇ ਨੇ। ਇਹਨਾਂ ਨੂੰ ਫਰੰਟ ਕਹਿੰਦੇ ਨੇ। ਅੱਛਾ। ਹੁਣ ਠੰਡੀ ਹਵਾ ਭਾਰੀ ਹੁੰਦੀ ਹੈ, ਉਹ ਥੱਲੇ ਰਹਿੰਦੀ ਹੈ ਤੇ ਗਰਮ ਹਵਾ ਹਲਕੀ ਹੋਣ ਕਰਕੇ ਉਹਦੇ ਉੱਪਰ ਚੜ ਜਾਂਦੀ ਹੈ। ਤੇ ਉੱਪਰ ਚੜ ਕੇ ਫਿਰ ਠੰਡੀ ਹੋ ਜਾਂਦੀ ਹੈ। ਹਾਂ, ਉੱਪਰ ਉੱਠਣ ਨਾਲ ਗਰਮ ਹਵਾ ਠੰਡੀ ਹੁੰਦੀ ਹੈ, ਬੱਦਲ ਬਣਦੇ ਨੇ ਤੇ ਮੀਂਹ ਪੈਂਦਾ ਹੈ। ਇਸ ਤਰ੍ਹਾਂ ਦਾ ਮੀਂਹ ਆਮ ਤੌਰ ਤੇ ਲਗਾਤਾਰ ਪੈਂਦਾ ਰਹਿੰਦਾ ਹੈ, ਹਲਕਾ ਜਾਂ ਦਰਮਿਆਨਾ ਜਿਹਾ, ਤੇ ਅਸਮਾਨ ਸਲੇਟੀ ਜਿਹਾ ਰਹਿੰਦਾ ਹੈ। ਤਾਂ ਮਤਲਬ ਮੀਂਹ ਦਾ ਪੂਰਾ ਸਫ਼ਰ ਕਾਫੀ ਗੁੰਝਲਦਾਰ ਹੈ। ਪਹਿਲਾਂ ਪਾਣੀ ਦਾ ਭਾਫ ਬਣਨਾ, ਫਿਰ ਹਵਾ 'ਚ ਉੜਦੇ ਫਿਰਦੇ ਨਿੱਕੇ-ਨਿੱਕੇ ਕਣ, ਉਹ CCN ਦੀ ਮਦਦ ਨਾਲ ਬੂੰਦਾਂ ਬਣਨਾ। ਹਾਂਜੀ, ਫਿਰ ਉਹਨਾਂ ਬੂੰਦਾਂ ਦਾ ਆਪਸ ਜੁੜ ਕੇ ਵੱਡਾ ਤੇ ਭਾਰੀ ਹੋਣਾ ਤੇ ਅਖੀਰ 'ਚ ਗੁਰਤਾ ਖਿੱਚ ਕਰਕੇ ਧਰਤੀ ਤੇ ਵਾਪਸ ਆਉਣਾ। ਬਿਲਕੁਲ, ਸਾਰੀ ਕਹਾਣੀ ਇਹੀ ਹੈ। ਯਾਦ ਰੱਖਣ ਵਾਲੀ ਗੱਲ ਇਹੀ ਹੈ ਕਿ ਇੱਕ ਤਾਂ ਉਹ ਨਿੱਕੇ ਕਣ CCN ਬਹੁਤ ਜ਼ਰੂਰੀ ਨੇ। ਹਾਂ, ਉਹਨਾਂ ਬਿਨਾਂ ਮੀਂਹ ਨਹੀਂ। ਤੇ ਦੂਜਾ, ਮੀਂਹ ਦੀ ਬੂੰਦ ਦੀ ਸ਼ਕਲ ਅਥਰੂ ਵਰਗੀ ਨਹੀਂ, ਸਗੋਂ ਹੈਮਬਰਗਰ ਬਨ ਵਰਗੀ ਹੁੰਦੀ ਹੈ ਡਿੱਗਦੇ ਹੋਏ। ਸੱਚੀ? ਇਹ ਜਾਣ ਕੇ ਹੁਣ ਜਦੋਂ ਮੀਂਹ ਪਵੇਗਾ ਤਾਂ ਬੂੰਦਾਂ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਜਾਵੇਗਾ। ਹਾਂਜੀ, ਤੇ ਜਾਂਦੇ ਜਾਂਦੇ ਇੱਕ ਹੋਰ ਗੱਲ ਸੋਚਣ ਲਈ ਛੱਡ ਜਾਂਦੇ ਆ। ਦੱਸੋ। ਆਪਾਂ ਤਾਂ ਪਾਣੀ ਦੇ ਮੀਂਹ ਦੀ ਗੱਲ ਕਰ ਰਹੇ ਹਾਂ, ਪਰ ਕੀ ਸਾਰੇ ਗ੍ਰਹਿਾਂ ਤੇ ਪਾਣੀ ਦਾ ਹੀ ਮੀਂਹ ਪੈਂਦਾ ਹੋਵੇਗਾ? ਨਹੀਂ, ਸ਼ਾਇਦ ਨਹੀਂ। ਬਿਲਕੁਲ, ਜਿਵੇਂ ਸ਼ੁੱਕਰ ਗ੍ਰਹਿ, ਵੀਨਸ ਤੇ ਕਹਿੰਦੇ ਨੇ ਕਿ ਸਲਫਿਊਰਿਕ ਐਸਿਡ ਦਾ ਮੀਂਹ ਪੈਂਦਾ ਹੈ, ਤੇ ਸ਼ਨੀ ਗ੍ਰਹਿ ਦੇ ਇੱਕ ਚੰਦ ਹੈ ਟਾਈਟਨ, ਉਤੇ ਮੀਥੇਨ ਦਾ ਮੀਂਹ ਪੈਂਦਾ ਹੈ। ਵਾਹ, ਮਤਲਬ ਮੀਂਹ ਵੀ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ ਬ੍ਰਹਿਮੰਡ ਵਿੱਚ। ਹਾਂਜੀ, ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਜਿਹੜੀ ਵਰਖਾ ਸਾਨੂੰ ਇੰਨੀ ਆਮ ਲੱਗਦੀ ਹੈ, ਉਹ ਕਿੰਨੀ ਵਿਲੱਖਣ ਤੇ ਜ਼ਰੂਰੀ ਚੀਜ਼ ਹੈ, ਤੇ ਬ੍ਰਹਿਮੰਡ 'ਚ ਇਹਦੇ ਕਿੰਨੇ ਵੱਖਰੇ ਰੂਪ ਹੋ ਸਕਦੇ ਨੇ।